पहाड़े के बंदे खरीदे हुए हैं जोड़े जोड़े झंडा उन्होंने देख रहे हैं और कोई भी किसान नहीं है। ਜਿਹੜੀਆਂ ਅਜੇ ਅਧੂਰੀਆਂ ਮੰਗਾਂ ਰਹਿ ਗਈਆਂ ਉੱਥੇ ਜੋ ਸਾਡੇ ਨਾਲ ਐਗਰੀਮੈਂਟ ਸੈਂਟਰ ਗਵਰਨਮੈਂਟ ਨੇ ਕੀਤਾ ਸੀ ਉਹ 'ਤੇ 1% ਵੀ ਉਤਰੇ ਨੇਗੇ। ਇਹ ਬੀਜੇਪੀ ਵਾਲੇ ਅੰਦਰੋਂ ਨਿਕਲ ਕੇ ਬਾਹਰ ਆਏ ਆ ਤੇ ਇਹਨਾਂ ਨੇ ਗਲਤ ਸ਼ਬਦਾਵਲੀ ਬੋਲੀ ਆਣ ਕੇ ਇੱਥੇ ਇਹਨਾਂ ਦਾ ਫਿਰ ਸ਼ਹਿਰਾਂ ਦਾ ਸ਼ਹਿਰ 'ਚ ਜਿਹੜੇ ਰਹਿੰਦੇ ਉਹ ਵਿਰੋਧ ਕਰਨਗੇ। ਅਸੀਂ ਪਿੰਡਾਂ ਵਾਲੇ ਅਸੀਂ ਪਿੰਡਾਂ 'ਚ ਨਹੀਂ ਇਹਨਾਂ ਦੇ ਕੋਈ ਵੀ ਬੂਥ ਲੱਗਣ ਦਿੰਦੇ। ਇਹਨਾਂ ਨੇ ਕਿਹਾ ਵੀ ਤੁਹਾਡੇ ਸਾਰੇ ਕੇਸ ਵਾਪਸ, ਪਰ ਇੱਕ ਵੀ ਨਹੀਂ ਹੋਇਆ। ਵੀ ਸਾਡੇ ਕੋਲ ਧੱਕੇ ਨਾਲ ਇਹ ਫਰਦਾ ਮੰਗ ਰਿਹਾ ਜ਼ਮੀਨ ਦੀਆਂ ਤਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਦਿੱਤੀ ਜਾ ਸਕੇ। ਢੋਲ ਵੱਜਦਾ ਅਸੀਂ ਨਹੀਂ ਕੁਛ ਵੀ ਕਿਹਾ, ਅਸੀਂ ਆ ਕੇ ਬੈਠ ਗਏ ਔਰ ਜਾਣ ਲੱਗਿਆ ਉਹਨਾਂ ਨੇ ਸਾਨੂੰ ਭਾੜੇ ਦੇ ਟੱਟੂ ਖਰੀਦੇ ਹੋਏ ਔਰ ਸਾਨੂੰ ਗਲਤ ਸ਼ਬਦਾਵਲੀ ਬੋਲੀ। ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਜਲੰਧਰ ਦੇ ਵਿੱਚ ਨੋਮੀਨੇਸ਼ਨ ਭਰੇ ਜਾ ਰਹੇ ਸੀਗੇ ਜਿਨ੍ਹਾਂ ਨੇ ਵਿਧਾਇਕ ਦੇ ਇਲੈਕਸ਼ਨਾਂ ਦੇ ਉੱਤੇ ਖੜਨਾ ਸੀਗਾ ਤੇ ਉਸੇ ਚੀਜ਼ ਨੂੰ ਦੇਖਦੇ ਹੋਏ ਜਲੰਧਰ ਦੇ ਡੀਸੀ ਦਫ਼ਤਰ ਦੇ ਵਿੱਚ ਸੁਰਿੰਦਰ ਮਹੇ ਜੋ ਕਰਤਾਰਪੁਰ ਤੋਂ ਬੀਜੇਪੀ ਦੀ ਸੀਟ ਤੋਂ ਲੜ ਰਹੇ ਨੇ ਤੇ ਉਹਨਾਂ ਵੱਲੋਂ ਜੋ ਇੱਥੇ ਨੋਮੀਨੇਸ਼ਨ ਭਰਨ ਆਏ ਸੀਗੇ, ਜਦੋਂ ਉਹਨਾਂ ਵੱਲੋਂ ਢੋਲ ਦੇ ਨਾਲ ਨੋਮੀਨੇਸ਼ਨ ਭਰਨ ਆਏ ਉਹਦੇ ਬਾਅਦ ਇੱਥੇ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਸੀਗੀਆਂ। ਜਿਵੇਂ ਹੀ ਉਹ ਇੱਥੇ ਆਏ ਨੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਉਮੀਦਵਾਰ ਦਾ ਵਿਰੋਧ ਕੀਤਾ ਗਿਆ ਤੇ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਸਾਰੇ ਕਿਸਾਨ ਜੋ ਨੇ ਉਹ ਧਰਨਾ ਲਾ ਕੇ ਬੈਠ ਚੁੱਕੇ ਨੇ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ। ਬਾਪੂ ਜੀ ਇਹ ਕਿਉਂ ਧਰਨਾ ਲਗਾਇਆ ਗਿਆ ਇੱਥੇ? ਇਹ ਲਾਇਆ ਜੀ ਸਾਡੀਆਂ ਬਹੁਤ ਜਿਹੜੀਆਂ ਅਜੇ ਅਧੂਰੀਆਂ ਮੰਗਾਂ ਰਹਿ ਗਈਆਂ ਉੱਥੇ ਜੋ ਸਾਡੇ ਨਾਲ ਐਗਰੀਮੈਂਟ ਸੈਂਟਰ ਗਵਰਨਮੈਂਟ ਨੇ ਕੀਤਾ ਸੀ ਉਹ 'ਤੇ 1% ਵੀ ਉਤਰੇ ਨੇਗੇ। ਉਹ ਸਾਰਾ ਸਾਡੇ ਨਾਲ ਜਾਣੀ ਕਿ ਵਿਸ਼ਵਾਸਘਾਤ ਕੀਤਾ ਉਹਨਾਂ ਨੇ। ਇਸ ਕਰਕੇ ਸਾਡੇ ਜਿਹੜਾ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੇ ਮਨ 'ਚ ਰੋਹ ਆ ਬਹੁਤ ਜ਼ਬਰਦਸਤ। ਤੇ ਉੱਥੇ MSP ਦੇ ਗਰੰਟੀ ਦੇ ਹੋਇਆ ਸੀ ਮੁੱਦਾ। ਫਿਰ ਜਿੰਨੇ ਸਾਡੀਆਂ ਸਾਰੀਆਂ ਸਟੇਟਾਂ 'ਚ ਕਿਸਾਨ ਸੰਘਰਸ਼ ਦਾਨ ਪਰਚੇ ਰੱਦ ਕੀਤੇ ਆ ਸਾਡੀਆਂ ਕਿਸਾਨਾਂ 'ਤੇ ਉਹ ਕੈਂਸਲ ਕਰਵਾਉਣੇ। ਫਿਰ MFC 'ਤੇ ਕਾਨੂੰਨ ਬਣਾਉਣਾ ਤੇ ਹੋਰ ਕਈ ਮੁੱਦੇ ਜਿਹੜੇ ਸੀਗੇ ਸਾਡੇ ਸਕੂਲ ਖਿਲਾਉਣੇ। ਬੀਜੇਪੀ ਲੀਡਰਾਂ ਨੇ ਅੱਜ ਨੋਮੀਨੇਸ਼ਨ ਭਰਨ ਆਉਣਾ ਸੀਗਾ। ਸੁਰਿੰਦਰ ਮਹੇ ਹੁਣੀ ਆਏ ਨੇ ਜਿਹੜੇ ਕਰਤਾਰਪੁਰ ਤੋਂ ਖੜੇ ਨੇ ਤੇ ਉਹਨਾਂ ਦੇ ਆਉਣ ਦੇ ਬਾਅਦ ਹੀ ਇਹ ਸਾਰਾ ਮਾਹੌਲ ਗਰਮਾਇਆ। ਇਹ ਜਦੋਂ ਅੰਦਰੋਂ ਅਸੀਂ ਇੱਧਰੋਂ ਆ ਰਹੇ ਸੀ ਡੀਸੀ ਸਾਹਿਬ ਨੂੰ ਟਾਈਮ ਲਿਆ ਹੋਇਆ ਹੈਗਾ 2 ਵਜੇ ਦਾ ਮੰਗ ਪੱਤਰ ਦੇਣ ਦਾ, ਲੇਕਿਨ ਡੀਸੀ ਸਾਹਿਬ ਕਿਤੇ ਚੱਲ ਗਏ ਸੀਗੇ। ਉਹਨਾਂ ਨੂੰ ਅਸੀਂ ਦੱਸਿਆ ਸੀਗਾ ਵੀ ਜੇ 2 ਵਜੇ ਮੰਗ ਪੱਤਰ ਲੈ ਲੈਣੇ ਸੀ ਅਸੀਂ ਰੋਡ 'ਚ ਆਣ ਕੇ ਬਹਿਣਾ। ਅਸੀਂ ਰੋਡ 'ਚ ਆਣ ਕੇ ਬਹਿ ਗਏ ਸੀਗੇ। ਇਹ ਬੀਜੇਪੀ ਵਾਲੇ ਅੰਦਰੋਂ ਨਿਕਲ ਕੇ ਬਾਹਰ ਆਏ ਆ ਤੇ ਇਹਨਾਂ ਨੇ ਗਲਤ ਸ਼ਬਦਾਵਲੀ ਬੋਲੀ ਆਣ ਕੇ ਇੱਥੇ। ਫਿਰ ਜ਼ਿਮੀਂਦਾਰਾਂ ਰੋਹ ਭੜਕ ਪਿਆ ਤੇ ਉਹਨਾਂ ਨੂੰ ਮੁਰਦਾਬਾਦ ਦੇ ਨਾਅਰੇ ਲਾਉਂਦੇ ਤੇ ਉਹਨਾਂ ਨੂੰ ਪਿੱਛੇ ਲੈ ਕੇ ਗਏ ਆ। ਇਹਨਾਂ ਨੇ ਗਲਤ ਸ਼ਬਦਾਵਲੀ ਵੀ ਬੋਲੀ ਆ ਤੇ ਗਾਲੀ ਗਲੋਚ ਵੀ ਕੀਤਾ ਬੀਜੇਪੀ ਵਾਲਿਆਂ ਨੇ। ਪਰ ਸਾਡੇ ਮੁੜ ਕੇ ਮੁੰਡਿਆਂ ਨੇ ਇਹਨਾਂ ਦਾ ਪਿੱਛਾ ਕਰਕੇ ਪਿੱਛੇ ਤੱਕ ਇਹਨੂੰ ਛੱਡ ਕੇ ਗਿਆ, ਮੁਰਦਾਬਾਦ ਕੀਤੀ ਗਈ ਆ। ਆਹ ਗੱਲਬਾਤ ਹੋਈ ਹੈ। ਇਲੈਕਸ਼ਨਾਂ ਦੇ ਸਮੇਂ ਵੀ ਇਹਨਾਂ ਦਾ ਇਦਾਂ ਹੀ ਵਿਰੋਧ ਕੀਤਾ ਜਾਏਗਾ? ਹਾਂਜੀ, ਇਲੈਕਸ਼ਨਾਂ ਸਮੇਂ ਵੀ ਇਹਨਾਂ ਦਾ ਇਦਾਂ ਹੀ ਵਿਰੋਧ ਕੀਤਾ ਜਾਵੇਗਾ। ਇਹਨਾਂ ਦੇ ਇਦਾਂ ਹੀ ਏਜੰਟ ਪਿੰਡਾਂ 'ਚ ਬੈਠਣ ਨਹੀਂ ਦਿੱਤੇ ਜਾਣਗੇ, ਨਾ ਉਹਨਾਂ 'ਚ ਪੂਲ ਬੂਥਿੰਗ ਲੱਗਣ ਦਿੱਤੇ ਜਾਣਗੇ। ਤੇ ਜਿਹੜੇ ਸ਼ਹਿਰ ਦੇ ਵਿੱਚ ਬੀਜੇਪੀ ਦੇ ਲੀਡਰ ਖੜੇ ਹੋਏ ਨੇ ਜਿਵੇਂ ਕੈਂਟ ਹਲਕੇ ਤੋਂ ਖੜੇ ਨੇ ਸਰਬਜੀਤ ਮੱਕੜ ਹੁਣੀ, ਨਾਰਥ ਤੋਂ KD ਭੰਡਾਰੀ ਹੁਣੀ ਖੜੇ ਨੇ, ਸੈਂਟਰਲ ਤੋਂ ਮਨੋਰੰਜਨ ਕਾਲੀਆ ਜੀ ਖੜੇ ਹੋਏ ਨੇ, ਇਹਨਾਂ ਦਾ ਵੀ ਵਿਰੋਧ ਕੀਤਾ ਜਾਏਗਾ? ਇਹਨਾਂ ਦਾ ਫਿਰ ਸ਼ਹਿਰਾਂ ਦਾ ਸ਼ਹਿਰ 'ਚ ਜਿਹੜੇ ਰਹਿੰਦੇ ਉਹ ਵਿਰੋਧ ਕਰਨਗੇ। ਅਸੀਂ ਪਿੰਡਾਂ ਵਾਲੇ ਅਸੀਂ ਪਿੰਡਾਂ 'ਚ ਨਹੀਂ ਇਹਨਾਂ ਦੇ ਕੋਈ ਵੀ ਬੂਥ ਲੱਗਣ ਦਿੰਦੇ। ਸ਼ਹਿਰਾਂ 'ਚ ਵੀ ਜਿਹੜੇ ਬੰਦੇ ਬੈਠੇ ਆ ਸਾਡੇ ਜ਼ਿਮੀਂਦਾਰ ਭਰਾ ਬੈਠੇ ਉਹਨਾਂ ਦਾ ਵਿਰੋਧ ਕਰਨਗੇ, ਉਹਨਾਂ ਦੇ ਅਸੀਂ ਮਤ ਜ਼ਰੂਰ ਕਰਾਂਗੇ ਆਣ ਕੇ। ਜਲੰਧਰ ਦੇ DC ਦਫ਼ਤਰ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਜੋ ਕਿ ਧਰਨਾ ਲਗਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇੱਥੇ ਸ਼ਾਂਤੀਮਈ ਤਰੀਕੇ ਦੇ ਨਾਲ ਉਹ ਬੈਠੇ ਹੋਏ ਸੀਗੇ, ਉਹਨਾਂ ਨੇ DC ਦਫ਼ਤਰ DC ਸਾਹਿਬ ਨੂੰ ਮੰਗ ਪੱਤਰ ਦੇਣ ਆਉਣਾ ਸੀਗਾ। ਜਿਵੇਂ ਬੀਜੇਪੀ ਦੇ ਜੋ ਲੀਡਰ ਨੇ ਉਹ ਆਏ ਤਾਂ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ। ਜਦੋਂ ਅਸੀਂ 11 ਤਰੀਕ ਨੂੰ ਉੱਥੋਂ ਆਏ ਆ ਇਹਨਾਂ ਨੇ ਕਿਹਾ ਵੀ ਤੁਹਾਡੇ ਸਾਰੇ ਕੇਸ ਵਾਪਸ, ਪਰ ਇੱਕ ਵੀ ਨਹੀਂ ਹੋਇਆ। ਇਹਨਾਂ ਨੇ ਕਿਹਾ ਸੀ ਵੀ MSP ਦੀ ਗਰੰਟੀ ਵਿਦਨ ਦਾ 15 ਡੇ 15 ਦਿਨ ਵਿੱਚ ਅਸੀਂ ਉੱਤੇ ਕੋਈ ਅਮਲ ਸ਼ੁਰੂ ਕਰਾਂਗੇ। ਅੱਜ ਪੌਣੇ 2 ਮਹੀਨੇ ਹੋ ਗਏ ਆ। ਇਹਨਾਂ ਨੇ ਕਿਹਾ ਸੀ ਸ਼ਹੀਦ ਪਰਿਵਾਰਾਂ ਨੂੰ ਅਸੀਂ ਨੌਕਰੀ ਦੇਵਾਂਗੇ। ਉਸ ਕਿਸੇ ਨੂੰ ਅੱਜ ਤੇ ਨੌਕਰੀ ਦੇ ਪ੍ਰੋਸੈਸ ਨਹੀਂ ਜਾਰੀ ਹੋਇਆ। ਠੀਕ ਹੈ ਜੀ। ਦੂਸਰੀ ਗੱਲ, ਸਾਡੀ ਧੌਣ ਤੇ ਗੋਡਾ ਰੱਖਣਾ ਸ਼ੁਰੂ ਕਰਤਾ ਵੀ ਸਾਡੇ ਕੋਲ ਧੱਕੇ ਨਾਲ ਇਹ ਫਰਦਾ ਮੰਗ ਰਿਹਾ ਜ਼ਮੀਨ ਦੀਆਂ ਤਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਦਿੱਤੀ ਜਾ ਸਕੇ। ਜਿੱਦਾਂ ਅਸੀਂ ਛੋਟੇ ਕਿਸਾਨ ਆ, 1.5 ਖੱਤੇ ਵਾਲੇ 2 ਖੱਤੇ ਵਾਲੇ ਆ, ਅਸੀਂ ਖੇਤੀ ਕਰਦੇ ਆ 15 ਖੱਤਿਆਂ ਦੀ। ਉਹ ਜਿਹੜੀ ਸਰਕਾਰ ਹੈ ਸਾਡਾ ਜਿਹੜਾ ਕਣਕ ਜਾਂ ਝੋਨਾ ਹੋਊਗਾ 1.5 ਖੱਤੇ ਦਾ ਲਊਗੀ, 13 ਖੱਤੇ ਦਾ ਝੋਨਾ ਵਪਾਰੀ ਸਾਡਾ 10 ਰੁਪਏ ਲੁੱਟ ਕੇ ਲੈ ਜਾਊਗਾ। ਦੂਸਰੀ ਗੱਲ, ਕੱਲ੍ਹ ਨੂੰ ਕਾਰਪੋਰੇਟ ਘਰਾਣਿਆਂ ਨੂੰ 400-500 ਏਕੜ ਜ਼ਮੀਨ ਇਹਨਾਂ ਇਕੱਠੀ ਕਰਕੇ ਦੇਣੀ ਆ। ਉਹ ਸਾਨੂੰ ਪੈਸੇ ਉਹਦੇ ਮਿਲਣੇ ਆ ਜਿਹੜੀ ਸਾਡੇ ਨਾ ਹੋਈ। ਸਰਕਾਰ ਜਿਹੜੀ ਆ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਬੋਲ ਰਹੀ ਆ। 3200 ਏਕੜ ਜ਼ਮੀਨ ਜਿਹੜੀ ਆ ਲੱਡੂਵਾਲ ਦੇ ਕੋਲ ਆ, 1 ਰੁਪਈਆ ਏਕੜ 99 ਸਾਲ ਵਾਸਤੇ ਦੇਤੀ। ਕਿ ਜਦੋਂ ਇਹਨਾਂ ਨੇ ਵੋਟਾਂ ਲਈਆਂ ਸਾਨੂੰ ਇਹ ਗੱਲ ਕਹੀ ਸੀ ਵੀ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਫਰੀ ਜ਼ਮੀਨ ਦੇਣੀ ਆ? ਕੀ ਸਾਨੂੰ ਇਹਨਾਂ ਨੇ ਕਿਹਾ ਸੀ
ਵੀ ਅਸੀਂ ਸੜਕਾਂ ਬਣਾ ਕੇ 90 ਸਾਲ ਵਾਸਤੇ ਟੋਲ ਪਲਾਜ਼ੇ ਲਾਉਣੇ ਆ। ਕਿ ਇਹਨਾਂ ਨੇ 15 ਲੱਖ ਰੁਪਏ ਦੇਣ ਦਾ ਵਾਅਦਾ ਜਿਹੜਾ ਕੀਤਾ ਸੀ, ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਕੀ ਉਹ ਹੋ ਗਿਆ? ਇਸ ਕਰਕੇ ਜਿਹੜੀ ਸਰਕਾਰ ਆ ਗਦਾਰ ਆ। ਸਾਡਾ ਇਹਨਾਂ ਨੂੰ ਘੇਰਨ ਦਾ ਅੱਜ ਕੋਈ ਇਰਾਦਾ ਨਾ ਸੀ, ਪਰ ਸਾਨੂੰ ਇਹਨਾਂ ਨੇ ਬੰਗਾਰਿਆ। ਸਾਨੂੰ ਇਹਨਾਂ ਨੇ ਦੇਸ਼ ਦੇ ਗਦਾਰ, ਭਾੜੇ ਦੇ ਟੱਟੂ ਕਿਹਾ। ਅੱਜ ਅਸੀਂ ਇਹਨਾਂ ਦੇ ਇੱਕ ਬੰਦੇ ਮੋਰੇ ਕਿਹਾ, ਅਸੀਂ ਲੱਖਾਂ ਬੰਦਿਆਂ ਮਾਰੇ ਕਹਿੰਦੇ ਵੀ ਭਾੜੇ ਦੇ ਟੱਟੂ ਅਸੀਂ ਨਹੀਂ। ਰੇਲਵੇ ਅਸੀਂ ਨਹੀਂ ਵੇਚੀ, ਹਸਪਤਾਲ ਅਸੀਂ ਨਹੀਂ ਵੇਚੇ, ਦੇਸ਼ ਅਸੀਂ ਨਹੀਂ ਵੇਚਿਆ। ਪਾਕਿਸਤਾਨ ਨਾਲ ਸਾਡੀ ਜਾਰੀ ਨਹੀਂ ਹੈਗੀ, ਮੋਦੀ ਦੀ ਜਾਰੀ ਹੈ, ਜਿਹੜਾ ਜਾ ਕੇ ਉੱਥੇ ਬਿਰਿਆਨੀ ਖਾਂਦਾ। ਇਸ ਕਰਕੇ ਕਾਰਪੋਰੇਟ ਘਰਾਣਿਆਂ ਦਾ ਰਾਜ ਆ, ਮੋਦੀ ਦਾ ਰਾਜ ਨਹੀਂ। ਮੋਦੀ ਤਾਂ ਆਪਣੇ ਮਨ ਕੀ ਬਾਤ ਟੀਵੀ ਤੇ ਆ ਕੇ ਕਹਿ ਦਿੰਦਾ, ਤਾਂ ਸਾਡੀ ਮਨ ਕੀ ਬਾਤ ਕਿਉਂ ਨਹੀਂ ਸੁਣਦਾ? ਅਸੀਂ ਸੜਕਾਂ 'ਤੇ ਬੈਠੇ ਆ, ਸਵੇਰ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਭੁੱਖੇ ਤੇ ਆਏ ਬੈਠੇ ਆ। ਇਸ ਕਰਕੇ ਸਾਨੂੰ ਇਹਨੇ ਬੰਗਾਰਿਆ, ਅਸੀਂ ਇਹਦੀ ਬੰਗਾਰ ਕਬੂਲ ਕੀਤੀ ਆ। ਹੁਣ ਅਸੀਂ ਤੇ ਵਾਅਦਾ ਕਰਦੇ ਆ ਵੀ ਬੀਜੇਪੀ ਦਾ ਜਿਹੜਾ ਵੀ ਵਰਕਰ ਪਿੰਡਾਂ ਜਾਊਗਾ ਉਹਨੂੰ ਕਾਲੇ ਝੰਡੇ ਦਿਖਾਵਾਂਗੇ, ਉਹਨਾਂ ਦੇ ਮੂੰਹ ਤੇ ਥੁੱਕਾਂਗੇ। ਅਸੀਂ ਅੱਜ ਅਸੀਂ ਕਹਿ ਰਹੇ ਆ ਮੋਦੀ ਸਰਕਾਰ ਸੁਰਿੰਦਰ ਮਹਿ ਹੁਣਾਂ ਵੱਲੋਂ ਤੁਹਾਨੂੰ ਇਹ ਚੀਜ਼ ਕਹੀ ਗਈ, ਜਿਹੜੇ ਕਰਤਾਰਪੁਰ ਹਲਕੇ ਤੋਂ ਸੁਰਿੰਦਰ ਮਹਿ ਹੁਣੀ ਖੜੇ ਨੇ, ਜਿਹੜੇ ਨੋਮੀਨੇਸ਼ਨ ਭਰਨ ਆਏ ਸੀ, ਉਹਨਾਂ ਵੱਲੋਂ ਕਿਹਾ ਗਿਆ, ਉਹਨਾਂ ਨੇ ਕਿਹਾ ਗਿਆ ਵੀ ਭਾੜੇ ਦੇ ਟੱਟੂ ਆ। ਜਦ ਕਿ ਅਸੀਂ ਉਹਨਾਂ ਨੂੰ ਕੁਛ ਨਹੀਂ ਕਿਹਾ। ਅਸੀਂ ਇਹ ਕਿਹਾ ਸੀਗਾ ਵੀ ਡੀਸੀ ਸਾਹਿਬ ਸਾਡੀ ਗੱਲ ਸੁਣਨ, ਕਿਉਂਕਿ ਸਾਨੂੰ 2 ਵਜੇ ਦਾ ਟਾਈਮ ਦਿੱਤਾ ਡੀਸੀ ਸਾਹਿਬ ਨੇ, ਪਰ 2:30 ਪੌਣੇ 3 ਵੱਜ ਗਏ। ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਜਦੋਂ ਅਸੀਂ ਇੱਥੇ ਆਏ ਤਾਂ ਉਹਨਾਂ ਨੇ ਸਾਨੂੰ ਭਾੜੇ ਦੇ ਟੱਟੂ ਕਿਹਾ, ਜਿਹੜਾ ਬੀਜੇਪੀ ਦਾ ਲੀਡਰ ਆ। ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ ਕਿ ਜਿੰਨੇ ਵੀ ਬੀਜੇਪੀ ਸੀਟਾਂ ਦੇ ਉੱਤੇ ਲੀਡਰ ਖੜੇ ਹੋਏ ਨੇ ਇਹਨਾਂ ਦੇ, ਉਹਨਾਂ ਸਾਰਿਆਂ ਦੇ ਨਾਲ ਕਿਹੋ ਜਿਹਾ ਰਵੱਈਆ ਰਹੇਗਾ? ਦੇਖੋ, ਜਿਨ੍ਹਾਂ ਨੇ ਸਾਨੂੰ ਪਰਜੀਵੀ ਕਿਹਾ, ਖਾਲਸਤਾਨੀ ਕਿਹਾ, ਪਾਕਿਸਤਾਨ ਦੇ ਏਜੰਟ ਕਿਹਾ, ਕੀ ਅਸੀਂ ਉਹਨਾਂ ਨੂੰ ਭੁੱਲ ਜਾਵਾਂਗੇ? ਨਕਲੀ ਕਿਸਾਨ ਕਿਹਾ, ਬੜਾ ਕੁਝ ਕਿਹਾ, ਅਸੀਂ ਉਹਨੂੰ ਭੁੱਲ ਜਾਵਾਂਗੇ? ਇਹਨਾਂ ਨੇ ਆਪਣਾ ਕੀਤਾ ਆਪ ਹੀ ਪਾਉਣਾ। ਅਸੀਂ ਵਿਰੋਧ ਕਰੀਏ ਜਾਂ ਨਾ ਕਰੀਏ, ਪੰਜਾਬ ਦੇ ਲੋਕਾਂ ਨੇ ਇਹਨੂੰ ਮੂੰਹ ਹੀ ਨਹੀਂ ਲਾਉਣਾ। ਅਸੀਂ ਨਾ ਵੀ ਵਿਰੋਧ ਕਰੀਏ, ਪਰ ਇਹ ਸਾਨੂੰ ਪੱਕਾ ਪਤਾ ਵੀ ਇਹ ਪੰਜਾਬ ਦੇ ਵਿੱਚੋਂ ਨਹੀਂ, ਬਲਕਿ ਹਿੰਦੁਸਤਾਨ 'ਚ ਪੂਰੇ 'ਚ 50 ਰਾਜਾਂ 'ਚੋਂ ਇਹਨਾਂ ਦਾ ਥੋਪੜਾ ਸਾਫ਼ ਹੋ ਰਿਹਾ। ਬੀਜੇਪੀ ਲੀਡਰਾਂ ਦਾ ਤਾਂ ਇਹ ਕਹਿਣਾ ਹੈ ਕਿ ਅਸੀਂ ਬਹੁਮਤ ਦੇ ਨਾਲ ਜਿੱਤਾਂਗੇ। ਦੇਖੋ ਜੀ, ਸੁਪਨੇ ਆ ਮਗੇਰੀ ਲਾਲ ਵਾਲੇ, ਕਰ ਲੈਣ ਪੂਰੇ, ਪਰ ਪੰਜਾਬ ਦੇ ਲੋਕ ਜਿਹੜੇ ਅਣਖੀ ਆ ਉਹ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਇਹ ਸਾਡਾ ਭਰੋਸਾ ਆ। ਜਲੰਧਰ ਸ਼ਹਿਰ ਦੇ ਵਿੱਚ ਇਹ ਕੈਂਟ ਹਲਕੇ ਤੋਂ ਸਰਬਜੀਤ ਮੱਕੜ ਹੁਣੀ ਖੜੇ ਨੇ, ਸੈਂਟਰਲ ਤੋਂ ਮਨੋਰੰਜਨ ਕਾਲੀਆ ਹੁਣੀ ਖੜੇ ਨੇ, ਨਾਰਥ ਤੋਂ KD ਭੰਡਾਰੀ ਹੁਣੀ ਖੜੇ ਨੇ। ਉਹਨਾਂ ਨੂੰ, ਸ਼ਹਿਰ ਵਾਸੀਆਂ ਨੂੰ ਕੀ ਕਹੋਗੇ ਕਿ ਵੋਟ ਇਹਨਾਂ ਨੂੰ ਪਾਣੀ ਚਾਹੀਦੀ ਹੈ ਕਿ ਨਹੀਂ? ਨੌਜਵਾਨ ਅਸੀਂ ਤਾਂ ਇਹ ਸਾਰਿਆਂ ਨੂੰ ਕਹਾਂਗੇ ਵੀ ਜਿਹੜੇ ਦਲ ਬਦਲੂ ਆ, ਜਿਹੜੇ ਪੰਜਾਬ ਦੇ ਗਦਾਰ ਆ, ਜਿਹੜੇ ਨੌਜਵਾਨੀ ਦੇ ਕਾਤਲ ਆ, ਇਹਨਾਂ ਨੂੰ ਮੂੰਹ ਨਾ ਲਾਓ। ਅਸੀਂ ਤਾਂ ਇਹ ਕਹਾਂਗੇ ਵੀ ਜਿਹੜੇ ਆ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਜਿਹੜੇ ਰੋਜ਼ ਆਪਣੀ ਮਾਂ ਪਾਰਟੀ ਬਦਲ ਰਹੇ ਆ, ਸਾਡੀ ਤਾਂ ਉਹਨਾਂ ਨੂੰ ਅਪੀਲ ਆ ਵੀ ਇਹੋ ਜਿਹੇ ਬੰਦਿਆਂ ਨੂੰ ਮੂੰਹ ਨਾ ਲਾਓ। ਤਕਰੀਬਨ 10 ਦਿਨ ਪਹਿਲਾਂ 15 ਮਾਰਚ ਨੂੰ ਜਦੋਂ ਸੰਯੁਕਤ ਮੋਰਚੇ ਦੀ ਮੀਟਿੰਗ 15 ਜਨਵਰੀ ਨੂੰ ਜਦੋਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਸੀ ਤਾਂ ਉਸ ਦਿਨ ਇਹ ਐਲਾਨ ਕੀਤਾ ਸੀ ਕਿ ਅਸੀਂ 31 ਜਨਵਰੀ ਨੂੰ ਜਿਹੜਾ ਵਾਅਦਾ ਖਿਲਾਫੀ ਦੇ ਖਿਲਾਫ ਅਸੀਂ DC ਦਫ਼ਤਰਾਂ ਦੇ ਅੱਗੇ ਧਰਨਾ ਦੇਵਾਂਗੇ ਔਰ ਮੰਗ ਪੱਤਰ ਦੇਵਾਂਗੇ ਕਿ ਸਰਕਾਰ ਕਿਉਂ ਅਵੇਸਲੀ ਹੋ ਗਈ ਆ, ਵੀ ਜਿਹੜੀਆਂ ਸਾਡੇ ਨਾਲ ਤੁਸੀਂ ਵਾਅਦੇ ਕੀਤੇ ਸੀ ਉਹ ਕਿਉਂ ਨਹੀਂ ਮੰਨੇ, ਕਿਉਂ ਨਹੀਂ ਲਾਗੂ ਕੀਤੇ। ਔਰ ਅਸੀਂ ਸਵੇਰੇ 10 ਵਜੇ ਦੇ ਆ ਕੇ ਬੈਠੇ ਆ। DC ਸਾਹਿਬ ਸਾਡੇ ਤੋਂ ਮੰਗ ਪੱਤਰ ਨਹੀਂ ਲੈਣ ਆਏ ਹਜੇ ਤੱਕ ਵੀ। ਅਸੀਂ ਇਹਨਾਂ ਨੂੰ 2:30 ਵਜੇ ਤੱਕ ਟਾਈਮ ਦਿੱਤਾ ਵੀ ਜੇ ਤੁਸੀਂ ਨਾ ਸਾਡਾ ਮੰਗ ਪੱਤਰ ਲਿਆ, ਨਾ ਸਾਡੀ ਗੱਲ ਸੁਣੀ ਤਾਂ ਅਸੀਂ ਫਿਰ ਰੋਡ ਜਾਮ ਕਰਾਂਗੇ। ਜਦੋਂ ਅਸੀਂ 2:30 ਵਜੇ ਇੱਥੇ ਆਏ ਤਾਂ BJP ਦੇ ਵਰਕਰ ਅੰਦਰੋਂ ਆ ਰਹੇ ਸੀ, ਮਤਲਬ ਆਪਣੇ ਪੇਪਰ ਭਰ ਕੇ। ਢੋਲ ਵੱਜਦਾ, ਅਸੀਂ ਨਹੀਂ ਕੁਛ ਵੀ ਕਿਹਾ, ਅਸੀਂ ਆ ਕੇ ਬੈਠ ਗਏ ਔਰ ਜਾਣ ਲੱਗਿਆ ਉਹਨਾਂ ਨੇ ਸਾਨੂੰ ਭਾੜੇ ਦੇ ਟੱਟੂ ਖਰੀਦੇ ਹੋਏ ਔਰ ਸਾਨੂੰ ਗਲਤ ਸ਼ਬਦਾਵਲੀ ਬੋਲੀ। ਤਾਂ ਫਿਰ ਅਸੀਂ ਉਹਨਾਂ ਦਾ ਵਿਰੋਧ ਕੀਤਾ, ਫਿਰ ਅਸੀਂ ਉਹਨਾਂ ਦੇ ਖਿਲਾਫ ਨਾਅਰੇ ਲਾਏ ਆ ਔਰ ਫਿਰ ਉਹਨੂੰ ਪ੍ਰਸ਼ਾਸਨ ਨੇ ਪ੍ਰੋਟੈਕਸ਼ਨ ਦੇ ਕੇ, ਪੁਲਿਸ ਵਾਲਿਆਂ ਨੇ ਉਹਨੂੰ ਅੱਗੇ ਅੰਦਰ ਲੈ ਗਏ। ਅਸੀਂ ਉਹਦਾ ਵਿਰੋਧ ਕਰਦੇ ਗਏ ਨਹੀਂ, ਲਿਜਾ ਕੇ ਉਹਨੂੰ ਅੰਦਰ ਬਹਾ ਲਿਆ ਔਰ ਅਸੀਂ ਉੱਥੋਂ ਸ਼ਾਂਤਮਈ ਤਰੀਕੇ ਦੇ ਨਾਲ ਫਿਰ ਆ ਕੇ ਵਾਪਸ ਬੈਠ ਗਏ ਆ। ਤਕਰੀਬਨ 3:30 ਹੋ ਚੱਲੇ ਆ, ਹਜੇ ਤੱਕ DC ਸਾਹਿਬ ਸਾਡੇ ਕੋਲੋਂ ਮੰਗ ਪੱਤਰ ਨਹੀਂ ਲੈਣ ਆਏ। ਔਰ ਇਹਨਾਂ ਚੋਰਾਂ ਦੀ, ਇਹਨਾਂ ਠੱਗਾਂ ਦੀ, ਜਿਹੜੇ ਦੇਸ਼ ਨੂੰ ਲੁੱਟਦੇ ਆ, ਸਾਨੂੰ ਮੂਰਖ ਬਣਾਉਂਦੇ ਆ। ਸਾਨੂੰ ਪਿਛਲੇ 75 ਸਾਲਾਂ 'ਚ ਕੀ ਦਿੱਤਾ? ਵੋਟਾਂ ਨੇ ਬੇਰੁਜ਼ਗਾਰੀ ਦਿੱਤੀ, ਗਰੀਬੀ ਦਿੱਤੀ। ਅਸੀਂ ਸਾਡੇ ਸਰਕਾਰੀ ਸਕੂਲ ਖੋਲ੍ਹੇ, ਸਾਡਾ ਸਰਕਾਰੀ ਹੈਲਥ ਸਿਸਟਮ ਖੋਲ੍ਹਿਆ। ਇਹ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੇ, ਉਹਨਾਂ ਨੂੰ ਅਹਿਮੀਅਤ ਦੇ ਰਹੇ ਆ। ਔਰ ਜਿਹੜੇ ਲੋਕ ਇਸ ਦੇਸ਼ ਦਾ ਢਿੱਡ ਭਰਦੇ ਆ, ਲੋਕਾਂ ਦੇ ਹੱਕਾਂ ਲਈ ਲੜਦੇ ਆ, ਬੱਚਿਆਂ ਦੇ ਭਵਿੱਖ ਲਈ ਲੜਦੇ ਕਿ ਸਕੂਲ ਖੋਲ੍ਹੋ, ਔਰ ਉਹਨਾਂ ਦੇ ਕੋਲੋਂ ਇਹਨਾਂ ਕੋਲ ਮੰਗ ਪੱਤਰ ਲੈਣ ਦਾ ਟਾਈਮ ਹੈ ਨਹੀਂਗਾ। ਆਹ ਤਾਂ ਹਾਲ ਸਾਡੇ ਅਫਸਰਾਂ ਦਾ ਆ, ਜਿਨ੍ਹਾਂ ਦੇ ਸਿਰ ਤੇ ਅਸੀਂ ਦੇਸ਼ ਦਾ, ਜਿਨ੍ਹਾਂ ਨੂੰ ਆਪਣੀ ਬਾਗਡੋਰ ਸੰਭਾਲੀ ਹੋਆ। ਆਹ ਹਾਲ ਆ ਇਹਨਾਂ ਸਾਡੇ DC ਸਾਹਿਬ ਹੋਰਾਂ ਦਾ, ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਆ। ਮੇਰਾ ਵਿਰੋਧ ਨਹੀਂ ਕਰਦਾ। ਦੇਖੋ ਸਾਰੇ ਇਹ ਪਹਾੜਿਆਂ ਦੇ ਬੰਦੇ ਖਰੀਦੇ ਹੋਏ ਆ, ਇਹ ਜਿਹੜੇ ਇਹਦੇ ਵਿੱਚ ਕਾਂਗਰਸ ਜਿਹੜੇ ਆ, ਤੁਸੀਂ ਝੰਡਾ ਨਾਲ ਦੇਖ ਰਹੇ ਆ। ਔਰ ਇਹਦੇ ਵਿੱਚ ਕੋਈ ਵੀ ਕਿਸਾਨ ਨਹੀਂ ਹੈਗਾ। ਇਹ ਜਿਹੜੇ ਕਿਸਾਨ ਨਹੀਂ ਹੈਗੇ
ਇਹ ਭਾੜੇ ਦੇ ਬੰਦੇ ਖਰੀਦੇ ਹੋਏ ਸੁਰਿੰਦਰ ਚੌਧਰੀ ਨੇ ਭੇਜੇ ਆ, ਕਿਉਂਕਿ ਸੁਰਿੰਦਰ ਇਹ ਮਹਿਸੂਸ ਕਰ ਰਿਹਾ ਕਿ ਉਹਦੀ ਹਾਰ ਨਿਸ਼ਚਿਤ ਹੈ ਔਰ ਉਹਦਾ ਬਹੁਤ ਇਲਾਕੇ ਵਿੱਚ ਵਿਰੋਧ ਹੋ ਰਿਹਾ ਔਰ ਇਹ ਉਹਦੇ ਬੰਦੇ ਖਰੀਦੇ ਹੋਏ ਆ ਜਿਹੜੇ ਕਿ ਤੁਸੀਂ ਦੇਖ ਰਹੇ ਆ। ਇਹ ਕਾਂਗਰਸ ਦੇ ਝੰਡੇ ਲੈ ਕੇ ਆਏ ਆ, ਇਹ ਕੋਈ ਕਿਸਾਨੀ ਦੇ ਬੰਦੇ ਨਹੀਂ ਹੈਗੇ, ਕਿਉਂਕਿ ਕਿਸਾਨ ਜਿਹੜੇ ਆ ਅੱਜ ਸਾਡੇ ਪੂਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਆ। ਜੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ, ਬਿੱਲ ਵਾਪਸ ਹੋ ਗਏ, ਉਸ ਤੋਂ ਬਾਅਦ ਜਿਹੜਾ ਕਿਸਾਨਾਂ ਨੇ ਆਪਣਾ ਜਿਹੜਾ ਧੰਨਵਾਦ ਕੀਤਾ ਕਿ ਜੋ ਮੋਦੀ ਜੀ ਨੂੰ ਅਸੀਂ ਡਿਮਾਂਡ ਸੀ ਉਹਨਾਂ ਪੂਰੀਆਂ ਕੀਤੀਆਂ। ਇਹ ਕਿਰਾਏ ਦੇ ਜਿਹੜੇ ਖਰੀਦੇ ਹੋਏ ਬੰਦੇ ਆ ਇਹਨਾਂ ਨੂੰ ਅਸੀਂ ਸਭ ਨੂੰ ਸਿਖਾਵਾਂਗੇ। ਇਲੈਕਸ਼ਨ ਹੋਣ ਜਾ ਰਹੀ ਹੈ, ਇਹ ਪਤਾ ਲੱਗ ਜਾਏਗਾ ਕਿ ਜਿਹੜੀ ਪੰਜਾਬ ਦੀ ਜਨਤਾ ਹੈ ਉਹ ਪੰਜਾਬ ਦੀ ਜਨਤਾ ਭਾਰਤੀ ਜਨਤਾ ਪਾਰਟੀ ਦੇ ਨਾਲ ਆ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਆ। ਇਹ ਆਪਣੀ ਹਾਰ ਨੂੰ ਦੇਖਦੇ ਹੋਏ ਸੁਰਿੰਦਰ ਚੌਧਰੀ ਨੇ ਇਹ ਸਾਰੇ ਹੀ ਜਿਹੜੇ ਲੋਕ ਆਪਣੇ ਕਿਰਾਏ ਦੇ ਲੋਕ ਬੈਠੇ ਆ ਮਿਹਨਤ ਕਿਸਾਨ ਜਥੇਬੰਦੀਆਂ ਵੱਲੋਂ ਜੋ 31 ਤਰੀਕ ਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ, ਪਰ ਜਿਵੇਂ ਹੀ ਬੀਜੇਪੀ ਲੀਡਰ ਅੰਦਰੋਂ ਆਪਣਾ ਨਾਮਾਂਕਨ ਭਰ ਕੇ ਬਾਹਰ ਆ ਰਹੇ ਸੀਗੇ, ਉਹਨਾਂ ਨੂੰ ਇੱਕ ਜੋ ਸ਼ਬਦਾਵਲੀ ਯੂਜ਼ ਕੀਤੀ ਗਈ ਉਹਦੇ ਬਾਅਦ ਕਿਸਾਨ ਆਗੂ ਭੜਕ ਗਏ ਨੇ। ਉਹਨਾਂ ਦਾ ਕਹਿਣਾ ਕਿ ਜਾਣ ਕੇ ਸਾਡੇ ਉੱਤੇ ਤੰਜ ਕੱਸੇ ਗਏ ਨੇ, ਜਦ ਕਿ ਇਹ ਸਵੇਰ ਦੇ ਸ਼ਾਂਤੀਮਈ ਤਰੀਕੇ ਦੇ ਨਾਲ ਡੀਸੀ ਦਫ਼ਤਰ ਦੇ ਬਾਹਰ ਖੜੇ ਹੋਏ ਸੀਗੇ, ਕੋਈ ਵੀ ਇਹਨਾਂ ਵੱਲੋਂ ਵਿਰੋਧ ਨਹੀਂ ਕੀਤਾ ਗਿਆ। ਉਹਦੇ ਬਾਅਦ ਜਿਵੇਂ ਹੀ ਬੀਜੇਪੀ ਪਾਰਟੀ ਦੇ ਵਰਕਰਾਂ ਵੱਲੋਂ ਇਹਨਾਂ ਨੂੰ ਭੱਦੀ ਸ਼ਬਦਾਵਲੀ ਕਹੀ ਗਈ, ਉਹਦੇ ਬਾਅਦ ਇਹਨਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਨਾਅਰੇਬਾਜ਼ੀ ਕੀਤੀ ਗਈ। ਹੁਣ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਇੱਕ ਪੁਤਲਾ ਫੂਕਿਆ ਜਾ ਰਿਹਾ ਹੈ, ਜਿਸ ਦੇ ਉੱਤੇ ਅਮਿਤ ਸ਼ਾਹ ਦੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲਗਾਈ ਗਈ ਹੈ ਤੇ ਬਾਹਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮੁੰਡਿਆਂ ਦੀਆਂ ਖੈਰ ਸਰਕਾਰਾਂ ਮਰਦਾਬਾਦ 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 ਮੇਰੀ ਸੋਚ ਮਰਦਾਬਾਦ 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 ਭਾਰਤੀ ਜਨਤਾ ਸੋ ਪਾਰਟੀ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਕਾਫੀ ਜ਼ਿਆਦਾ ਪੁਲਿਸ ਫੋਰਸ ਨੂੰ ਵੀ ਸੱਦ ਲਿਆ ਗਿਆ ਹੈ ਤਾਂ ਕਿ ਇੱਥੇ ਕੋਈ ਮਾਹੌਲ ਨਾ ਖਰਾਬ ਹੋ ਸਕੇ। ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਸਾਰੀਆਂ ਕਿਸਾਨ ਜਥੇਬੰਦੀਆਂ ਆਈਆਂ ਹੋਈਆਂ ਨੇ ਤੇ ਇਹ ਪ੍ਰਦਰਸ਼ਨ ਇੱਥੇ ਜਾਰੀ ਹੈ। ਇਹਨਾਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਵਿੱਚ ਅਸੀਂ ਬੀਜੇਪੀ ਵਾਲਿਆਂ ਨੂੰ ਵੜਨ ਨਹੀਂ ਦੇਵਾਂਗੇ। ਸ਼ਹਿਰ ਵਾਸੀਆਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਬੀਜੇਪੀ ਨੇ ਜੋ ਸਾਰਾ ਦੇਸ਼ ਵੇਚ ਦਿੱਤਾ ਹੈ, ਲੋਕਾਂ ਨੂੰ ਆਪ ਸਮਝ ਹੋਣੇ ਚਾਹੀਦੇ ਹੈ। ਮਹਿੰਗਾਈ ਵੀ ਵਧੀ ਹੈ, ਸਾਡੇ ਸਕੂਲਾਂ ਦੇ ਖਰਚੇ ਵਧੇ ਨੇ, ਸਰਕਾਰੀ ਹਸਪੀਟਲ ਤੱਕ ਵੇਚ ਦਿੱਤੇ ਗਏ ਨੇ, ਰੇਲਵੇ ਵੇਚ ਦਿੱਤਾ ਗਿਆ ਹੈ ਤੇ ਇਹ ਆਮ ਲੋਕਾਂ ਨੂੰ ਵੀ ਸੋਚ ਸਮਝ ਕੇ, ਜੋ ਵੋਟ ਦਾ ਅਧਿਕਾਰ ਹਰੇਕ ਨੂੰ ਹੈ, ਪਰ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਹੈ। ਸੋ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਪਿੰਡਾਂ ਦੇ ਵਿੱਚ ਤਾਂ ਅਸੀਂ ਇਹਨਾਂ ਨੂੰ ਵੜਨ ਨਹੀਂ ਦੇਵਾਂਗੇ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਬੀਜੇਪੀ ਦੇ ਵੀ ਕਿਸੇ ਵੀ ਲੀਡਰ ਨੂੰ ਵੋਟ ਨਾ ਪਾਈ ਜਾਵੇ। ਜਲੰਧਰ ਤੋਂ ਕੈਮਰਾਮੈਨ ਸ਼ੁਭਮ ਗਿੱਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਸੰਤਾਨ ਪ੍ਰਾਪਤੀ, ਕਾਰੋਬਾਰ ਵਿੱਚ ਘਾਟਾ, ਵਿਦੇਸ਼ ਯਾਤਰਾ ਵਿੱਚ ਦੇਰੀ, ਪਤੀ ਪਤਨੀ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਨਾ ਲੱਗਣਾ, ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ, ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਇੱਕ ਵਾਰ ਫੋਨ ਜ਼ਰੂਰ ਕਰੋ, ਤੁਹਾਡਾ ਇੱਕ ਫੋਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ। ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ। ਫੋਨ ਨੰਬਰ 9915043150